ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਪਿਆਰੀ ਸਾਧ ਸੰਗਤ, ਤੁਸੀਂ ਵੇਖ ਰਹੇ ਹੋ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਬਿਰਤਾਂਤ ਕਥਾ ਗੁਰਬਾਣੀ ਵਿਚਾਰ ਚੈਨਲ ਉੱਤੇ। ਆਓ ਸੰਗਤ ਜੀ, ਇਹਨਾਂ ਦਾ ਬਿਰਤਾਂਤ ਅੱਗੇ ਵਧਾਈਏ। ਇਸ ਤਰ੍ਹਾਂ ਹੀ ਤੁਰੇ ਜਾ ਰਹੇ ਗੁਰੂ ਜੀ ਕੜੇ ਮਾਨਕਪੁਰ ਨਗਰ ਪਾਸ ਜਾ ਠਹਿਰੇ। ਇਸ ਪਿੰਡ ਵਿੱਚ ਇੱਕ ਵੈਸ਼ਨੋ ਸੰਤ ਮਲੂਕ ਦਾਸ ਰਹਿੰਦਾ ਸੀ। ਉਹ ਗੁਰੂ ਜੀ ਦੇ ਦਰਸ਼ਨ ਕਰਨੇ ਚਾਹੁੰਦਾ ਸੀ, ਪਰ ਉਹ ਮਨ ਵਿੱਚ ਇਹ ਨਿਸ਼ਚਾ ਧਾਰ ਕੇ ਘਰ ਹੀ ਬੈਠਾ ਰਿਹਾ ਕਿ ਜੇਕਰ ਗੁਰੂ ਜੀ ਅੰਤਰਜਾਮੀ ਹਨ ਤਾਂ ਮੇਰੇ ਮਨ ਦੀ ਅਵਸਥਾ ਜਾਣ ਕੇ ਮੈਨੂੰ ਆਪੇ ਹੀ ਸੱਦ ਲੈਣਗੇ ਅਤੇ ਦਰਸ਼ਨ ਦੇ ਕੇ ਨਿਹਾਲ ਕਰਨਗੇ। ਮਲੂਕ ਦਾਸ ਦੀ ਪ੍ਰਤਿਗਿਆ ਜਾਣ ਕੇ ਅੰਤਰਜਾਮੀ ਗੁਰੂ ਜੀ ਨੇ ਇੱਕ ਆਪਣੇ ਸਿੱਖ ਨੂੰ ਕਿਹਾ, ਮਲੂਕ ਦਾਸ ਦੇ ਡੇਰੇ ਜਾ ਕੇ ਉਸ ਨੂੰ ਪਾਲਕੀ ਵਿੱਚ ਬਿਠਾ ਕੇ ਸਾਡੇ ਪਾਸ ਲੈ ਆਓ। ਜਦ ਸਿੱਖ ਨੇ ਮਲੂਕ ਦਾਸ ਨੂੰ ਜਾ ਕੇ ਦੱਸਿਆ ਕਿ ਗੁਰੂ ਜੀ ਤੁਹਾਨੂੰ ਯਾਦ ਕਰ ਰਹੇ ਹਨ, ਪਾਲਕੀ ਵਿੱਚ ਬੈਠ ਜਾਓ, ਅਸੀਂ ਤੁਹਾਨੂੰ ਲੈ ਚੱਲਦੇ ਹਾਂ। ਗੁਰੂ ਜੀ ਦਾ ਇਹ ਹੁਕਮ ਸੁਣ ਕੇ ਮਲੂਕ ਦਾਸ ਬਹੁਤ ਪ੍ਰਸੰਨ ਹੋਇਆ ਅਤੇ ਪਾਲਕੀ ਵਿੱਚ ਬੈਠ ਕੇ ਗੁਰੂ ਜੀ ਪਾਸ ਪਹੁੰਚ ਗਿਆ। ਪਾਲਕੀ ਵਿੱਚੋਂ ਉਤਰ ਕੇ ਪਹਿਲਾਂ ਗੁਰੂ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ ਅਤੇ ਫਿਰ ਇਹ ਦੋਹਰਾ ਬੋਲਿਆ, ਮਲੂਕਾ ਪਾਪੀ ਖੇਡ ਕੋ ਭਗਤ ਨਾ ਜਾਣੀ ਤੋ, ਭਗਤ ਲਿਖੀ ਥੀ ਔਰ ਕੋ ਪ੍ਰਭੂ ਧੋਖਾ ਦੇ ਮੋ। ਗੁਰੂ ਜੀ ਅੱਗੋਂ ਕਹਿੰਦੇ ਹਨ, ਸੁਣ ਮਲੂਕ ਹਰ ਕੈ ਭਗਤ, ਨੈ ਰਾਖੋ ਮਨ ਦਰੋ, ਭਗਤ ਲਿਖੀ ਥੀ ਅਵਰ ਕੋ, ਕਰ ਕਿਰਪਾ ਦਈ ਤੋ। ਗੁਰੂ ਜੀ ਦੇ ਬਚਨ ਸੁਣ ਕੇ ਅਤੇ ਦਰਸ਼ਨ ਕਰਕੇ ਮਲੂਕ ਦਾਸ ਆਨੰਦ ਹੋ ਗਿਆ। ਉਸ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਆਪ ਮੇਰੇ ਡੇਰੇ ਚੱਲੋ, ਮੈਂ ਵੀ ਆਪ ਜੀ ਦੀ ਸੇਵਾ ਕਰਕੇ ਜਨਮ ਸਫਲਾ ਕਰ ਲਵਾਂ। ਉਸ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਉਸ ਦੇ ਡੇਰੇ ਚਲੇ ਗਏ। ਮਲੂਕ ਦਾਸ ਨੇ ਭੋਜਨ ਤਿਆਰ ਕਰਕੇ ਥਾਲ ਪਰੋਸ ਕੇ ਗੁਰੂ ਜੀ ਦੇ ਅੱਗੇ ਰੱਖ ਕੇ ਬੇਨਤੀ ਕੀਤੀ, ਮਹਾਰਾਜ, ਅੱਗੇ ਮੈਂ ਪੱਥਰ ਦੇ ਠਾਕੁਰਾਂ ਨੂੰ ਭੋਗ ਲਿਆਉਂਦਾ ਸੀ, ਅੱਜ ਆਪ ਪ੍ਰਤੱਖ ਠਾਕੁਰ ਮੇਰੇ ਪਾਸ ਬੈਠ ਕੇ ਭੋਗ ਲਗਾਉਣ ਲੱਗੇ ਹੋ। ਮੇਰੇ ਧੰਨ ਭਾਗ ਹਨ, ਮੇਰਾ ਸਾਰਾ ਭਰਮ ਦੂਰ ਹੋ ਗਿਆ ਹੈ। ਹੁਣ ਮੈਂ ਪ੍ਰਤੱਖ ਠਾਕੁਰ ਦੀ ਪੂਜਾ ਹੀ ਕਰਿਆ ਕਰਾਂਗਾ। ਆਪ ਜੀ ਦੀ ਕਿਰਪਾ ਨਾਲ ਠਾਕੁਰ ਪੂਜਾ ਬਾਲਕਾਂ ਦੀ ਖੇਡ ਸਮਝਦਾ ਹੈ। ਮਲੂਕ ਦਾਸ ਪਾਸ ਇੱਕ ਰਾਤ ਵਿਸ਼ਰਾਮ ਕਰਕੇ ਅਤੇ ਬਚਨ ਬਿਲਾਸ ਕਰਕੇ ਗੁਰੂ ਜੀ ਦੂਸਰੇ ਦਿਨ ਅੰਮ੍ਰਿਤ ਵੇਲੇ ਹੀ ਮਲੂਕ ਦਾਸ ਨੂੰ ਖੁਸ਼ੀਆਂ ਬਖਸ਼ ਕੇ ਅੱਗੇ ਚੱਲ ਪਏ। ਪੂਰਬ ਦੀ ਸੰਗਤ ਬਹੁਤ ਸ਼ਰਧਾਲੂ ਸੀ, ਪਰ ਦੂਰ ਦਾ ਰਸਤਾ ਹੋਣ ਕਰਕੇ ਉਹਨਾਂ ਨੂੰ ਗੁਰੂ ਜੀ ਦੇ ਦਰਸ਼ਨ ਕਰਨੇ ਛੇਤੀ ਪ੍ਰਾਪਤ ਨਹੀਂ ਸਨ ਹੁੰਦੇ। ਆਪਣੇ ਦੇਸ਼ ਬੈਠੇ ਹੀ ਗੁਰੂ ਜੀ ਦੀ ਆਰਾਧਨਾ ਕਰਦੇ ਰਹਿੰਦੇ ਸਨ ਕਿ ਗੁਰੂ ਜੀ ਕਿਰਪਾ ਕਰਕੇ ਸਾਨੂੰ ਆਪਣਾ ਦਰਸ਼ਨ ਦੇ ਕੇ ਸਾਡਾ ਜਨਮ ਸਫਲਾ ਕਰਨ। ਹਰ ਇੱਕ ਸਿੱਖ ਨੇ ਗੁਰੂ ਜੀ ਵਾਸਤੇ ਕੋਈ ਨਾ ਕੋਈ ਸੁੰਦਰ ਭੇਟ ਦੇਣ ਵਾਸਤੇ ਤਿਆਰ ਕਰਕੇ ਰੱਖੀ ਹੋਈ ਸੀ। ਜਦ ਜੋੜ ਮੇਲਾ ਹੁੰਦਾ ਸੀ ਤਾਂ ਹੱਥ ਜੋੜ ਕੇ ਅਰਦਾਸਾਂ ਕਰਦੇ ਸਨ ਕਿ ਹੇ ਅੰਤਰਜਾਮੀ ਸਰਬੱਤ ਸੰਗਤ ਦੀ ਭਾਵਨਾ ਨੂੰ ਜਾਣਨ ਵਾਲੇ ਗੁਰੂ ਜੀ, ਆਪਣੇ ਬਿਰਦ ਦੀ ਲਾਜ ਰੱਖੋ। ਜੋ ਚੀਜ਼ਾਂ ਅਸਾਂ ਆਪ ਜੀ ਨਿਮਿਤ ਬਣਾਈਆਂ ਹਨ, ਉਹਨਾਂ ਨੂੰ ਆਣ ਕੇ ਅੰਗੀਕਾਰ ਕਰਕੇ ਸਾਡੀ ਸੇਵਾ ਪ੍ਰਵਾਨ ਕਰੋ ਜੀ। ਇਹਨਾਂ ਪੂਰਬ ਦੀਆਂ ਸੰਗਤਾਂ ਦਾ ਪ੍ਰੇਮ ਨੇਮ ਅਤੇ ਸ਼ਰਧਾ ਜਾਣ ਕੇ ਗੁਰੂ ਜੀ ਨੇ ਤੀਰਥ ਯਾਤਰਾ ਦਾ ਬਹਾਨਾ ਕੀਤਾ ਅਤੇ ਨਗਰਾਂ ਸ਼ਹਿਰਾਂ ਦੀਆਂ ਸੰਗਤਾਂ ਨੂੰ ਧਾਰਦੇ ਹੋਏ ਪ੍ਰਯਾਗਰਾਜ ਤ੍ਰਿਵੇਣੀ ਪਹੁੰਚ ਗਏ। ਗੁਰੂ ਜੀ ਦਾ ਪ੍ਰਯਾਗਰਾਜ ਆਉਣਾ ਸੁਣ ਕੇ ਬੇਅੰਤ ਸ਼ਰਧਾਲੂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਉਣ ਲੱਗੇ। ਯਥਾ ਸ਼ਕਤ ਭੇਟਾ ਅਰਪਣ ਕਰਕੇ ਅਤੇ ਦਰਸ਼ਨ ਪਰਸ ਕੇ ਆਪਣਾ ਜਨਮ ਸਫਲਾ ਕਰਨ ਲੱਗੇ। ਪਹਿਲਾਂ ਸਾਰਾ ਦਿਨ ਗੁਰੂ ਜੀ ਤ੍ਰਿਵੇਣੀ ਇਸ਼ਨਾਨ ਕਰਕੇ ਸੰਗਤ ਨੂੰ ਦਰਸ਼ਨ ਅਤੇ ਬ੍ਰਾਹਮਣਾਂ ਨੂੰ ਦਾਨ ਦਿੰਦੇ ਰਹੇ। ਉਪਰੰਤ ਸੰਗਤ ਨੇ ਸ਼ਹਿਰ ਵਿੱਚ ਇੱਕ ਹਵੇਲੀ ਸੁਧਾਰ ਕੇ ਉਸ ਵਿੱਚ ਆਪ ਜੀ ਦਾ ਪਰਿਵਾਰ ਸਹਿਤ ਨਿਵਾਸ ਕਰਾ ਦਿੱਤਾ। ਇੱਥੇ ਗੁਰੂ ਜੀ ਦੇ ਦਰਸ਼ਨ ਕਰਕੇ ਆਪਣਾ ਜਨਮ ਸਫਲਾ ਕਰਨ ਵਾਸਤੇ ਬਹੁਤ ਸ਼ਰਧਾਲੂ ਸਿੱਖ ਆਉਣ ਲੱਗ ਪਏ। ਸਭ ਕੋਈ ਆਪਣੀ ਸ਼ਰਧਾ ਅਤੇ ਸ਼ਕਤੀ ਅਨੁਸਾਰ ਭੇਟਾ ਅਰਪਣ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਨੰਦ ਹੁੰਦਾ। ਦੂਰੋਂ ਨੇੜਿਓਂ ਆਈਆਂ ਸੰਗਤਾਂ ਵਾਸਤੇ ਗੁਰੂ ਜੀ ਨੇ ਅਟੁੱਟ ਲੰਗਰ ਲਾ ਦਿੱਤਾ। ਸਭ ਕੋਈ ਲੰਗਰ ਤੋਂ ਪ੍ਰਸ਼ਾਦ ਛਕ ਕੇ ਤ੍ਰਿਪਤ ਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਿਆਰੀ ਸਾਧ ਸੰਗਤ ਜੀ, ਜੇਕਰ ਤੁਹਾਨੂੰ ਇਹ ਕਥਾ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਕੇ ਆਪਣਾ ਆਸ਼ੀਰਵਾਦ ਦਾਸ ਨੂੰ ਬਖਸ਼ਣਾ। ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।